ਤੁਸੀਂ ਵੇਖ ਰਹੇ ਹੋ ਜੀ ਸਾਂਝਾ ਪੰਜਾਬ ਟੀਵੀ ਜੋਤੀ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਿੱਘੀ ਜੀ ਆਇਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋ ਔਰ ਆਪਣਾ ਧਿਆਨ ਰੱਖ ਰਹੇ ਹੋ ਪੂਰੀ ਤਰ੍ਹਾਂ ਔਰ ਆਪਣੇ ਆਪ ਨੂੰ ਤੁਸੀਂ ਪੋਜ਼ਿਟਿਵ ਰੱਖਣ ਦੀ ਵੀ ਕੋਸ਼ਿਸ਼ ਕਰ ਰਹੇ ਹੋ। ਬਹੁਤ ਖੂਬਸੂਰਤ ਪੰਕਤੀਆਂ ਹਨ ਅੱਜ ਮੇਰੇ ਸਾਹਮਣੇ ਜਿਹੜੀਆਂ ਮੈਂ ਚਾਹਾਂਗੀ ਤੁਹਾਡੇ ਨਾਲ ਸ਼ੇਅਰ ਕਰਨੀਆਂ। ਕਹਿੰਦੇ ਕਿ ਮਾਂ ਤੇ ਮਾਂ ਬੋਲੀ ਦੋਨੋਂ ਹੀ ਸਾਡੇ ਲਈ ਬਹੁਤ ਉੱਚਾ ਦਰਜਾ ਰੱਖਦੇ ਹਨ। ਮਾਂ ਜਿਹੜੀ ਸਾਨੂੰ ਬੋਲਣਾ ਸਿਖਾਉਂਦੀ ਹੈ ਤੇ ਬੋਲੀ ਜਿਹਦੇ ਨਾਲ ਅਸੀਂ ਮਾਂ ਬੋਲਣਾ ਸਿੱਖਦੇ ਹਾਂ। ਸੋ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ, ਉਸ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਉਸ ਦੀ ਸੇਵਾ ਕਰਨਾ ਬਹੁਤ ਜ਼ਰੂਰੀ ਹੈ। ਸੋ ਸਾਡੀ ਮਾਂ ਬੋਲੀ ਪੰਜਾਬੀ, ਸਾਡੀ ਆਪਣੀ ਸਾਂਝ ਦਾ ਪ੍ਰਤੀਕ ਸਾਡੀ ਮਾਂ ਬੋਲੀ ਪੰਜਾਬੀ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਸਾਡੀ ਮਾਂ ਬੋਲੀ ਪੰਜਾਬੀ। ਰਿਸ਼ਤਿਆਂ ਵਿੱਚ ਨਿੱਘ ਪੈਦਾ ਕਰਦੀ ਸਾਡੀ ਮਾਂ ਬੋਲੀ ਪੰਜਾਬੀ। ਸਾਡੇ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਦੀ ਸਾਡੀ ਮਾਂ ਬੋਲੀ ਪੰਜਾਬੀ। ਜੀ ਹਾਂ, ਮੈਂ ਪੰਜਾਬੀ ਮਾਂ ਬੋਲੀ ਦੀ ਹੀ ਸੇਵਾ ਕਰਦੀ ਇੱਕ ਅਜਿਹੀ ਸ਼ਖਸੀਅਤ ਨੂੰ ਅੱਜ ਮੈਂ ਤੁਹਾਡੇ ਨਾਲ ਮਿਲਵਾਉਣ ਜਾ ਰਹੀ ਹਾਂ ਜਿਹੜੀ ਕੈਨੇਡਾ ਦੇ ਅੰਦਰ ਹਨ ਔਰ ਮੇਰੇ ਨਾਲ ਇਸ ਵੇਲੇ ਮੌਜੂਦ ਹਨ ਮੇਰੇ ਪ੍ਰੋਗਰਾਮ ਦੇ ਵਿੱਚ। ਔਰ ਉਹਨਾਂ ਨੂੰ ਅਸੀਂ ਅੱਜ ਵੀਡੀਓ ਕਾਲ ਦੇ ਜ਼ਰੀਏ ਲੈ ਰਹੇ ਹਾਂ। ਬੇਸ਼ੱਕ ਉਹ ਬਰੈਂਪਟਨ ਦੇ ਵਿੱਚ ਹੀ ਰਹਿੰਦੇ ਹਨ, ਲੇਕਿਨ ਅਸੀਂ ਧਿਆਨ ਰੱਖ ਰਹੇ ਹਾਂ ਕੋਵਿਡ-19 ਦੇ ਅੰਦਰ ਜਿਹੜੀਆਂ ਪ੍ਰੀਕਾਸ਼ਨ ਸਾਨੂੰ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਰੀਸੈਂਟਲੀ ਉਹ ਹੁਣੇ ਇੰਡੀਆ ਤੋਂ ਹੋ ਕੇ ਆਏ ਹਨ, ਇੰਡੀਆ ਦੀ ਵਿਜ਼ਿਟ ਵੀ ਕਰਕੇ ਆਏ ਹਨ। ਸੋ ਅੱਜ ਮਿਲਵਾਨੀ ਹਾਂ ਤੁਹਾਨੂੰ ਸਾਡੀ ਕਮਿਊਨਿਟੀ ਦੀ ਜਾਣੀ ਮਾਨੀ ਸ਼ਖਸੀਅਤ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਕਾਫੀ ਕੰਮ ਕੀਤਾ ਔਰ ਕਰ ਵੀ ਰਹੇ ਹਨ। ਅਜੈਬ ਸਿੰਘ ਚੱਠਾ ਜੀ ਜਿਹੜੇ ਕਿ ਪਾਪਾ ਦੇ ਵੀ ਫਾਊਂਡਰ ਮੈਂਬਰ ਹਨ। ਅਜੈਬ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਜੈਬ ਜੀ, ਕਿੱਦਾਂ ਦਾ ਰਿਹਾ ਤੁਹਾਡਾ ਟ੍ਰਿਪ ਇੰਡੀਆ ਦਾ? ਇੰਡੀਆ ਹਮੇਸ਼ਾ ਹੀ ਵਧੀਆ ਹੁੰਦਾ। ਜਿੰਨਾ ਤੁਸੀਂ ਪਹਿਲਾਂ ਪੰਜਾਬੀ ਦੀ ਇਹ ਸਿਫਤ ਕਰਕੇ ਹਟੇ ਹੋ, ਪੰਜਾਬੀ ਬੋਲੀ ਸਿਫਤ ਕਰਕੇ ਹਟੇ ਹੋ, ਇਸ ਕਰਕੇ ਪੰਜਾਬ ਉਸ ਥਾਂ ਤੇ ਜਾਣਾ ਤੇ ਉੱਥੇ ਉਹ ਪੰਜਾਬੀ ਬੋਲੀ ਬੋਲ ਕੇ ਆਉਣੀ ਤੇ ਹਰੇਕ ਨੂੰ ਵਧੀਆ ਲੱਗਦਾ। ਯਾ ਬਿਲਕੁਲ, ਲੇਕਿਨ ਹੁਣ ਹਾਲਾਤ ਇਦਾਂ ਦੇ ਹੋ ਗਏ ਹੈ ਕਿ ਹਰ ਤਰਫ ਜਿਹੜੀ ਇੱਕ ਚਿੰਤਾ ਜੀ ਹਰ ਇਨਸਾਨ ਦੇ ਚਿਹਰੇ ਤੇ ਦਿਖਾਈ ਦੇ ਰਹੀ ਹੈ। ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿੱਦਾਂ ਦੇ ਹਾਲਾਤ ਸਨ ਜਦੋਂ ਤੁਸੀਂ ਉੱਥੋਂ ਆਏ ਹੋ ਔਰ ਕਿੱਦਾਂ ਹੁਣ ਤੁਸੀਂ ਆਪਣੇ ਆਪ ਨੂੰ ਘਰ ਦੇ ਅੰਦਰ ਰੱਖ ਰਹੇ ਹੋ 14 ਡੇਜ਼? ਜਿਹੜਾ ਇੰਡੀਆ ਦਾ ਗੱਲ ਸੀਗੀ ਉਹ ਮੈਂ ਸਮਝਦਾ ਹੈਗਾ ਵੀ ਉਹਨਾਂ ਨੇ ਲੋਕਡਾਊਨ ਕਰਕੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੰਟਰੋਲ ਕੀਤਾ, ਕੈਪਟਨ ਸਾਹਿਬ ਨੇ ਵੀ ਤੇ ਮੋਦੀ ਸਾਹਿਬ ਨੇ ਵੀ, ਜਿਹਦੇ ਨਾਲ ਬਹੁਤ ਸਾਰੀ ਦੁਨੀਆ ਨੂੰ ਬਚਾ ਲਿਆ। ਤੇ ਜਦੋਂ ਬਾਹਰ ਮੈਂ ਲੋਕਾਂ ਨੂੰ ਘੁੰਮਦੇ ਦੇਖਦਾ ਤੇ ਮੈਨੂੰ ਐਂ ਲੱਗਦਾ ਵੀ ਇਹ ਲੋਕਾਂ ਨੂੰ ਐਵੇਂ ਡਰਾਈ ਜਾਂਦੇ ਆ, ਕੁਛ ਨਹੀਂ ਹੋ ਰਿਹਾ। ਤੇ ਜਦੋਂ ਖਬਰਾਂ ਸੁਣਦਾ ਹੈਗਾ ਤਾਂ ਮੈਨੂੰ ਇਹ ਲੱਗਦਾ ਵੀ 6 ਮਹੀਨੇ ਦੁਨੀਆ ਸਾਰੀ ਖਤਮ ਹੋ ਜਾਣੀ ਹੈ। ਸਹੀ ਗੱਲ ਹੈ, ਦੈਟਸ ਰਾਈਟ। ਇਦਾਂ ਹੀ ਲੱਗਦਾ ਹੈ। ਸੋ ਤੁਸੀਂ ਉਸ ਤੋਂ ਬਾਅਦ ਜਦੋਂ ਉੱਥੋਂ ਆਏ ਕਿੱਦਾਂ ਤੁਹਾਨੂੰ ਕਿਹੜੀ ਉਹਦੇ ਵਿੱਚੋਂ ਗੁਜ਼ਰਨਾ ਪਿਆ ਪੜਾਵ ਦੇ ਵਿੱਚੋਂ? ਤੁਹਾਨੂੰ ਤੁਸੀਂ ਫਲਾਈਟ ਜਦੋਂ ਲਈ ਕਿੰਨਾ ਕੁ ਈਜ਼ੀ ਹੈ, ਕਿੰਨਾ ਕੁ ਟਫ ਸੀ ਸਾਰਾ ਜਿਹੜਾ ਸਫ਼ਰ ਸੀ ਤੁਹਾਡਾ? ਤੇ ਸਫ਼ਰ ਤਾਂ ਬਹੁਤ ਵਧੀਆ ਸੀਗਾ। ਅੰਮ੍ਰਿਤਸਰ ਤੋਂ ਫਲਾਈਟ ਸੀਗੀ, ਕਤਰ ਤੋਂ ਹੋ ਕੇ ਇੱਕ ਦੁਆ ਰੁਕੀ ਹੈਗੀ ਆ ਤੇ ਟੋਰਾਂਟੋ ਆ ਗਈ ਆ। ਤੇ ਮੈਨੂੰ ਤਾਂ ਕੋਈ ਮੁਸ਼ਕਲ ਨਹੀਂ ਲੱਗੀ, ਪਰ ਕੋਈ ਡਿਸਟੈਂਸ ਸੋਸ਼ਲ ਡਿਸਟੈਂਸ ਨਹੀਂ ਸੀਗਾ। ਸੀਟਾਂ ਸਾਰੀਆਂ ਫੁੱਲ ਸੀਗੀਆਂ। ਓਕੇ, ਤੇ ਜਿਹੜੀਆਂ ਪ੍ਰੀਕਾਸ਼ਨਸ 에ਅਰਪੋਰਟ ਤੇ ਲੈਣੀਆਂ ਚਾਹੀਦੀਆਂ ਸੀ ਸਕਰੀਨਿੰਗ ਕਰਨ ਦੀਆਂ ਜਾਂ ਹੋਰ ਸਵਾਲ ਜਵਾਬ ਕਰਨ ਦੀਆਂ ਜਾਂ ਟੈਸਟ ਕਰਨ ਦੀਆਂ, ਉਹ ਸਾਰੀਆਂ ਚੱਲ ਰਹੀਆਂ ਸੀ 에ਅਰਪੋਰਟਸ ਤੇ ਇੰਡੀਆ ਤੇ ਇੱਥੇ? ਦੁਸ਼ਮਣ ਕੋਈ ਦਿਖਦਾ ਨਹੀਂਗਾ, ਜਿੰਨੀ ਕੁ ਹੋਈ ਜਾਂਦੀ ਹੈਗੀ ਆ ਬਸ ਆਪਣਾ ਵਿਚਾਰ ਰੱਖੋ। ਪ੍ਰੀਕਾਸ਼ਨ ਕਿਸੇ ਨੇ ਕੀ ਲੈਣੀ ਹੈ ਇਹਦੀ? ਇੱਕ ਦੂਜੇ ਨੂੰ ਡਰਾਉਣ ਦੀ ਗੱਲ ਜਾਂ ਹੌਸਲਾ ਦੇਣ ਦੀ ਗੱਲ ਆ। ਹੌਸਲੇ 'ਚ ਰਹੋ, ਹੌਸਲੇ ਦੇ ਨਾਲ ਹੀ ਇਹ ਸਾਰੀ ਇਹ ਵਿਪਤਾ ਵੀ ਨਿਬੜ ਜਾਣੀ ਹੈਗੀ ਆ। ਓਕੇ, ਸੋ ਕਿਉਂਕਿ ਅਸੀਂ ਘਰ ਬੈਠੇ ਅੰਦਾਜ਼ੇ ਲਗਾ ਰਹੇ ਹਾਂ ਕਿ ਹਾਂ ਕੈਨੇਡੀਅਨ 에ਅਰਪੋਰਟ ਤੇ ਇਦਾਂ ਦੇ ਪ੍ਰੀਕਾਸ਼ਨ ਲਈ ਜਾ ਰਹੀਆਂ ਜਾਂ ਨਹੀਂ ਲਈ ਜਾ ਰਹੀਆਂ, ਪਰ ਤੁਸੀਂ ਤਾਂ ਵੇਖ ਕੇ ਆਏ ਹੋ ਹੁਣ, ਕਿਉਂਕਿ ਤੁਸੀਂ ਉੱਥੇ ਉਤਰੇ ਹੋਵੋਗੇ, ਲੈਂਡ ਕੀਤਾ ਹੋਏਗਾ। ਤੁਸੀਂ ਕੀ ਵੇਖਿਆ ਉੱਥੇ? ਕਿੱਦਾਂ ਦਾ ਮਾਹੌਲ ਹੈ 에ਅਰਪੋਰਟ ਤੇ? ਨਹੀਂ, ਪ੍ਰੀਕਾਸ਼ਨ ਠੀਕ ਹੈਗਾ ਕਿਉਂਕਿ ਇੰਨੀਆਂ ਫਲਾਈਟਾਂ ਜਦੋਂ ਮੈਂ ਆਇਆ ਹੈਗਾ ਮੈਂ ਇੱਥੇ 15 ਮਈ ਦੀ ਮਾਰਨਿੰਗ ਪਹੁੰਚ ਗਿਆ ਸੀਗਾ ਤੇ ਕੋਈ ਫਲਾਈਟਾਂ ਜ਼ਿਆਦੀਆਂ ਨਹੀਂ ਸੀਗੀਆਂ ਤੇ ਕੋਈ ਰਸ਼ ਵੀ ਨਹੀਂ ਸੀਗਾ। ਮੈਨੂੰ ਤਾਂ ਲੱਗਦਾ ਬਿਲਕੁਲ ਸਾਰਾ ਹੀ ਪ੍ਰੋਗਰਾਮ ਸਰਕਾਰਾਂ ਠੀਕ ਕਰ ਰਹੀਆਂ ਹੈਗੀਆਂ। ਹੁਣ ਬਾਕੀ ਗੱਲ ਤਾਂ ਬੰਦਿਆਂ ਨੇ, ਜਿਹੜੇ ਨਾਗਰਿਕ ਹੈਗੇ ਆ, ਉਹਨਾਂ ਨੇ ਆਪਣਾ ਦੇਖਣਾ ਵੀ ਅਸੀਂ ਆਪਣੇ ਆਪ ਨੂੰ ਬਚਾ ਕਿਵੇਂ ਕਰਨਾ ਆਪਣਾ। ਬਿਲਕੁਲ, ਔਰ ਇਹ ਕਾਫੀ ਹੁਣ ਵੀ ਚਿੰਤਾਜਨਕ ਬਣਿਆ ਹੋਇਆ ਕਿ ਅੱਜ ਵੀ ਮੈਂ ਨਿਊਜ਼ ਪੜ੍ਹੀ ਹੈ ਬਰੈਂਪਟਨ ਜਿਹੜਾ ਉਹ ਹਾਈ ਰਿਸਕ ਤੇ ਚੱਲ ਰਿਹਾ, ਲਾਈਕ ਬਹੁਤ ਕੇਸਿਸ ਇੱਥੇ ਵੱਧ ਰਹੇ ਹਨ। ਸੋ ਜਿਹੜੀ ਕਿ ਇੱਕ ਚਿੰਤਾਜਨਕ ਗੱਲ ਹੈਗੀ ਹੈ, ਪਰ ਉਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਕਿਤੇ ਨਾ ਕਿਤੇ ਅਣਗਹਿਲੀ ਕਰ ਰਹੇ ਹਾਂ ਜਿਸ ਦੇ ਕਾਰਨ ਇਹ ਕੇਸ ਜਿਹੜੇ ਵੱਧ ਰਹੇ ਹਨ ਡੇ ਬਾਏ ਡੇ। ਸੋ ਖੈਰ ਬਾਕੀ ਦੀਆਂ ਗੱਲਾਂ ਇਹਦੇ ਬਾਰੇ ਤਾਂ ਹੁੰਦੀਆਂ ਰਹਿਣਗੀਆਂ, ਲੇਕਿਨ ਮੈਂ ਜਾਣਨਾ ਚਾਹਾਂਗੀ ਕਿ ਕੀ ਕੁਝ ਨਵਾਂ ਤੁਸੀਂ ਹੁਣ ਲੈ ਕੇ ਆ ਰਹੇ ਹੋ? ਜਿਵੇਂ ਮੈਂ ਦੇਖਿਆ ਕਿ ਤੁਸੀਂ ਨੈਤਿਕ ਸਿੱਖਿਆ ਦੇ ਉੱਪਰ ਕਾਫੀ ਕੰਮ ਕੀਤਾ,
ਸੋ ਇਸ ਦੇ ਬਾਰੇ ਥੋੜਾ ਜਿਹਾ ਦੱਸੋ ਕਿ ਜਿਹੜੇ ਇਹਦੇ ਵਿਸ਼ੇ ਜਿਹੜੇ ਸ਼ੁਰੂ ਕੀਤੇ ਗਏ ਆ ਪੰਜਾਬ ਸਕੂਲ ਬੋਰਡ ਵੱਲੋਂ। ਹੁਣ ਤਾਂ ਲੋਕਡਾਊਨ ਹੈ ਤੇ ਆਨਲਾਈਨ ਸਟੱਡੀਜ਼ ਸਾਰੀਆਂ ਚੱਲ ਰਹੀਆਂ ਹਨ, ਸੋ ਉਸ ਦੇ ਬਾਰੇ ਥੋੜੀ ਮੇਰੇ ਲਈ ਜਾਣਕਾਰੀ ਤੁਸੀਂ ਦਿਓ। ਜੋਤੀ ਜੀ, ਇਹ ਇੱਕ ਵਰਲਡ ਪੰਜਾਬੀ ਕਾਨਫਰੰਸ ਕਰਾਉਣ ਦੇ ਬਹੁਤ ਵੱਡੀ ਗੱਲ ਸੀਗੀ ਵੀ 2017 ਦੇ ਵਿੱਚ ਇੱਕ ਰੈਜ਼ੋਲੂਸ਼ਨ ਮਤਾ ਵੀ ਪਾਸ ਕੀਤਾ ਗਿਆ ਸੀਗਾ ਵੀ ਨੈਤਿਕ ਸਿੱਖਿਆ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਣੀ ਚਾਹੀਦੀ ਹੈਗੀ ਆ। ਉਸ ਮਤੇ ਦੀ ਕਾਪੀ ਪੰਜਾਬ ਸਰਕਾਰ ਨੂੰ ਇੰਡੀਆ ਵੀ ਭੇਜੀ ਸੀ, ਪਾਕਿਸਤਾਨ ਵੀ ਭੇਜੀ ਸੀਗੀ, ਤੇ ਸੀਐਮ ਸਾਹਿਬ ਨੇ ਸਾਡੀ ਜਥੇਬੰਦੀ ਨੂੰ ਲੈਟਰ ਵੀ ਲਿਖਿਆ ਸੀਗਾ ਵੀ ਉਹ ਵਿਸ਼ਾ ਲਵਾਉਣਗੇ। ਇਹ ਖੁਸ਼ੀ ਦੀ ਗੱਲ ਆ, ਪਿਛਲੇ ਸਾਲ ਉਹਨਾਂ ਨੇ ਐਲਾਨ ਕਰਤਾ ਵਿਸ਼ਾ ਲੱਗ ਗਿਆ। ਇਸ ਸਾਲ ਉਹਨਾਂ ਨੇ ਕਿਤਾਬਾਂ ਤਿਆਰ ਕਰਕੇ ਬੱਚਿਆਂ ਨੂੰ ਆਨਲਾਈਨ ਪੜ੍ਹਾਉਣਾ ਸ਼ੁਰੂ ਕਰ ਦੇਣਾ ਹੈਗਾ ਵਾ, ਜਾਂ ਕਰ ਦਿੱਤਾ ਜਾਂ ਕਰ ਦੇਣਗੇ। ਕਿਤਾਬਾਂ ਉਹ ਤਿਆਰ ਕਰਵਾ ਰਹੇ ਹੈਗੇ ਆ। ਓਕੇ, ਸੋ ਖਾਸ ਕੀ ਇਹਦਾ ਮਕਸਦ ਸੀ ਇਹ ਵਿਸ਼ਾ ਸ਼ੁਰੂ ਕਰਨ ਦਾ? ਨੈਤਿਕਤਾ ਦੇਖੀ ਜਾਵੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਹਰ ਜਗ੍ਹਾ ਮੌਜੂਦ ਹੈ, ਸੋ ਖਾਸ ਤੌਰ ਤੇ ਕੀ ਇਹਦਾ ਪਰਪਸ ਸੀ ਸ਼ੁਰੂ ਕਰਨ ਦਾ? ਗੱਲਾਂ ਜੋਤੀ ਜੀ ਜਦੋਂ ਵੀ ਸੁਣਦੇ ਸੀ ਵੀ ਨੈਤਿਕਤਾ ਦੀ ਸਿੱਖਿਆ ਸ਼ੁਰੂ ਕਰਾਓ। ਨੈਤਿਕਤਾ ਹੈ ਕੀ ਆ? ਹਜੇ ਤੱਕ ਬਾਹਲੇ ਅਧਿਆਪਕਾਂ ਨੂੰ ਵੀ, ਕਿਉਂਕਿ ਅੱਜ ਤੱਕ ਵਿਸ਼ਾ ਕਦੀ ਪੜ੍ਹਾਇਆ ਹੀ ਨਹੀਂ ਗਿਆ, ਇਹ ਵੀ ਨਹੀਂ ਪਤਾ ਸੀ। ਅਸੀਂ ਕਾਫੀ ਖੋਜ ਕਰਨ ਤੋਂ ਬਾਅਦ ਇਹ ਤੇ ਕਿਤਾਬ ਵੀ ਤਿਆਰ ਕਰਵਾਈ ਵੀ ਨੈਤਿਕਤਾ ਕਹਿੰਦੇ ਕਿਹਨੂੰ ਆ, ਇਹਦੀ ਪਰਿਭਾਸ਼ਾ ਕੀ ਹੈਗੀ ਆ, ਇਹਦੀਆਂ ਕੈਟਾਗਰੀਜ਼ ਕੀ ਆ ਤੇ ਇਹਦੀਆਂ ਕਹਾਣੀਆਂ ਕੀ ਹੈਗੀਆਂ ਵਾ। ਤੇ ਉਹ ਕਿਤਾਬ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਦੇ ਵੀ ਦਿੱਤੀ ਹੈਗੀ ਆ। ਉਮੀਦ ਆ ਵੀ ਉਹਦੇ ਵਿੱਚੋਂ ਵੀ ਉਹ ਸਟੋਰੀਆਂ ਜਾਂ ਪਰਿਭਾਸ਼ਾ ਲੈ ਕੇ ਬੱਚਿਆਂ ਨੂੰ ਪੜ੍ਹਾਈ ਜਾਊਗੀ। ਜੇ ਅੱਜ ਤੱਕ ਨਹੀਂ ਪਹਿਲਾਂ ਪੜ੍ਹਾਈ ਗਈ ਜੋਤੀ ਜੀ, ਇਹਦੀ ਲੋੜ ਵੀ ਨਹੀਂ ਸੀਗੀ, ਕਿਉਂਕਿ ਨੈਤਿਕ ਸਿੱਖਿਆ ਹਰੇਕ ਬੱਚਾ ਆਪਦੇ ਸਾਂਝੇ ਪਰਿਵਾਰ ਵਿੱਚੋਂ, ਸਮਾਜ ਵਿੱਚੋਂ ਜਾਂ ਅਧਿਆਪਕਾਂ ਕੋਲ ਪਹਿਲਾਂ ਲੈ ਲੈਂਦੇ ਸੀਗੇ। ਹੁਣ ਸਿੰਗਲ ਪਰਿਵਾਰ ਰਹਿ ਗਏ ਹੈਗੇ ਆ, ਸਮਾਜ ਦਾ ਕੋਈ ਬੰਦਾ ਦੂਜੇ ਦੀ ਲਾਈਫ ਵਿੱਚ ਦਖਲ ਨਹੀਂ ਦਿੰਦਾ, ਤੇ ਅਧਿਆਪਕਾਂ ਦੇ ਕੋਲ ਸਿਲੇਬਸ ਪੜ੍ਹਾਉਣ ਤੋਂ ਵੱਧ ਸਮਾਂ ਨਹੀਂਗਾ। ਇਸ ਕਰਕੇ ਇਹਨੂੰ ਸਕੂਲਾਂ ਵਿੱਚ ਪੜ੍ਹਾਉਣਾ ਲਾਜ਼ਮੀ ਸੀਗਾ ਤੇ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤਾ ਹੈਗਾ। ਉਹਦਾ ਧੰਨਵਾਦ ਕਰਦੇ ਹਾਂ ਜੀ ਅਸੀਂ। ਓਕੇ, ਬਹੁਤ ਵਧੀਆ। ਸੋ ਇਸ ਦੇ ਨਾਲ ਹੀ ਇੱਕ ਹੋਰ ਨਵੀਂ ਅਪਡੇਟ ਜਿਹੜੀ ਮੇਰੇ ਸਾਹਮਣੇ ਆਈ ਤੁਹਾਡੇ ਵੱਲੋਂ ਕਿ ਪੰਜਾਬੀ ਬਿਜ਼ਨਸ ਐਸੋਸੀਏਸ਼ਨ ਤੁਸੀਂ ਸ਼ੁਰੂ ਕੀਤੀ ਸੀ ਕੁਝ ਸਾਲ ਪਹਿਲਾਂ, ਜਿਹਦੇ ਵਿੱਚ ਤੁਸੀਂ ਕੈਨੇਡੀਅਨਸ ਬਿਜ਼ਨਸਮੈਨ ਨੂੰ ਜਿਹੜਾ ਹੈ ਉਹ ਨੋਮੀਨੇਟ ਕਰਦੇ ਸੀ, ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਸੀ। ਸੋ ਇੱਕ ਹੋਰ ਤੁਸੀਂ ਹੁਣ ਨਵਾਂ ਉਪਰਾਲਾ ਸ਼ੁਰੂ ਕੀਤਾ, ਜਗਤ ਪੰਜਾਬੀ ਸਭਾ ਸ਼ੁਰੂ ਕੀਤੀ ਹੈ। ਮੈਂ ਪੁੱਛਣਾ ਚਾਹਾਂਗੀ ਕਿ ਉਹਦਾ ਕੀ ਪਰਪਸ ਹੈ ਸ਼ੁਰੂ ਕਰਨ ਦਾ, ਔਰ ਕੀ ਉਹਦਾ ਵਿਜ਼ਨ ਹੈ? ਜਿਹੜੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਉਹ ਕੈਨੇਡੀਅਨ ਐਸੋਸੀਏਸ਼ਨ ਸੀਗੀ, ਉਹਦੇ ਅੰਡਰ ਹੀ ਇੱਕ ਦੇਸ਼ ਦੇ ਬੰਦੇ ਸੀ ਜਿਹੜੇ ਸਾਰੇ ਦੇਸ਼ਾਂ ਦਾ ਪ੍ਰਬੰਧ ਕਰਦੇ ਸੀ ਜਾਂ ਵਰਲਡ ਪੰਜਾਬੀ ਕਾਨਫਰੰਸ ਕਰਾਉਂਦੇ ਸੀਗੇ। ਜਗਤ ਪੰਜਾਬੀ ਸਭਾ ਇੱਕ ਨਾਂ ਇਹੋ ਜਿਹਾ ਰੱਖਿਆ ਗਿਆ ਜਿਹਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਨੁਮਾਇੰਦਿਆਂ ਨੂੰ ਵਿੱਚ ਨਾਲ ਲਿਆ ਗਿਆ ਹੈਗਾ। ਸਾਡੇ ਨਾਲ ਹੈਗੇ ਆ ਇੰਡੀਆ ਤੋਂ ਡਾਕਟਰ SS ਗਿੱਲ ਸਾਹਿਬ ਜੋ ਵਾਈਸ ਚਾਂਸਲਰ ਸੀ ਫਰੀਦਕੋਟ ਯੂਨੀਵਰਸਿਟੀ ਦੇ, ਬਿੱਲਾ ਔਲਖ ਆਸਟ੍ਰੇਲੀਆ ਤੋਂ, ਅਮਰੀਕਾ ਤੋਂ ਮਨਰੀਤ ਗਰੇਵਾਲ ਸਿੱਧੂ, ਇੰਗਲੈਂਡ ਤੋਂ, ਇੰਡੀਆ ਤੋਂ, ਸਾਰੇ ਕੰਟਰੀਆਂ ਤੋਂ ਲੈ ਕੇ ਅਸੀਂ ਇਹ ਇਨਸਾਨ ਲੈ ਕੇ ਅਸੀਂ ਜਗਤ ਪੰਜਾਬੀ ਸਭਾ ਬਣਾਈ ਹੈਗੀ ਆ। ਉਹਦੇ ਅੰਡਰ ਅਸੀਂ ਜਿੱਥੇ ਅੱਗੇ ਬਰੈਂਪਟਨ ਦੇ ਬਿਜ਼ਨਸਮੈਨਾਂ ਨੂੰ ਸਨਮਾਨਿਤ ਕਰਦੇ ਸੀਗੇ, ਹੁਣ ਮੈਂ ਕੁਝ ਦੇਖਿਆ ਸੀਗਾ ਵੀ ਕੁਝ ਨੇ ਇਕੱਲੇ ਸਿੱਖਾਂ ਨੂੰ ਵੀ ਅਮਰੀਕਾ ਦੇ ਸਿੱਖ ਹੋ ਗਏ, ਇੰਗਲੈਂਡ ਦੇ ਸਿੱਖ ਹੋ ਗਏ, ਇੰਡੀਆ ਦੇ ਸਿੱਖ ਹੋ ਗਏ, ਉਹਨਾਂ ਦੇ ਹੀ ਇਕੱਲੇ ਸਨਮਾਨ ਕੀਤਾ ਸੀਗਾ। ਇਹ ਪਹਿਲੀ ਵਾਰੀ ਆ ਵੀ ਜਗਤ ਪੰਜਾਬੀ ਸਭਾ ਵੱਲੋਂ ਅਸੀਂ ਦੁਨੀਆ ਦੇ 101 ਮਹੱਤਵਪੂਰਨ ਪੰਜਾਬੀਆਂ ਦੀ ਲਿਸਟ ਤਿਆਰ ਕਰ ਰਹੇ ਹੈਗੇ ਆ, ਜਿਹਦੇ ਵਿੱਚ ਹਿੰਦੂ ਵੀ ਹੋਣਗੇ, ਮੁਸਲਮਾਨ ਵੀ ਹੋਣਗੇ, ਸਿੱਖ ਵੀ ਹੋਣਗੇ ਤੇ ਈਸਾਈ ਵੀ ਹੋਣਗੇ। ਇਹਨਾਂ ਦੀ ਲਿਸਟ ਤਿਆਰ ਕਰ ਰਹੇ ਹੈਗੇ ਆ ਤਾਂ ਕਿ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾ ਸਕੇ। ਜਿਵੇਂ ਉਸੇ ਤਰ੍ਹਾਂ ਹੀ ਹੁੰਦਾ ਵੀ ਜਿਵੇਂ ਕੋਈ ਖੇਡਣ ਵਾਲਾ ਹੋਵੇ, ਜੇ ਤੁਹਾਨੂੰ ਸ਼ਾਬਾਸ਼ ਦੇਣ ਵਾਲਾ ਕੋਈ ਨਾ ਹੋਵੇ ਤੇ ਇੰਨੀ ਵਧੀਆ ਪਰਫਾਰਮੈਂਸ ਉਹ ਨਹੀਂ ਦਿਖਾ ਸਕਦਾ। ਇਸ ਕਰਕੇ ਹੀ ਚਾਹੁੰਦੇ ਹਾਂ ਵੀ ਜਿਨ੍ਹਾਂ ਬੰਦਿਆਂ ਨੇ ਮਨੁੱਖਤਾ ਦੇ ਭਲੇ ਲਈ ਆਪਦੇ ਬਿਜ਼ਨਸ ਵਿੱਚ ਕਿਸੇ ਵੀ ਕੰਮ ਵਿੱਚ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੋਵੇ, ਉਹਨਾਂ ਦਾ ਨਾਂ ਅਸੀਂ ਇਹ ਲਿਸਟ ਵਿੱਚ ਵੀ ਪਾਵਾਂਗੇ, ਵੈਬਸਾਈਟ ਵੀ ਤਿਆਰ ਕਰਾਂ ਉਹ 'ਤੇ ਵੀ ਪਾਵਾਂਗੇ, ਇੱਕ ਕਾਫੀ ਟੇਬਲ ਬੁੱਕ ਉਹਦੀ ਲਾਈਫ ਦੀ ਹਿਸਟਰੀ ਉਹ ਵੀ ਅਸੀਂ ਉਸ ਬੁੱਕ ਵਿੱਚ ਤਿਆਰ ਕਰਾਵਾਂਗੇ ਜੀ ਅਸੀਂ। ਓਕੇ, ਸੋ ਜਿਹੜੇ ਤੁਸੀਂ ਇਹ ਹਸਤੀਆਂ ਚੂਜ਼ ਕਰੋਗੇ, ਇਹ ਹਸਤੀਆਂ ਜਿਹੜੀਆਂ ਉਹ ਕਿਸੇ ਖਾਸ ਫੀਲਡ ਨੂੰ ਤਾਲੁਕ ਰੱਖਦੀਆਂ ਹੋਣਗੀਆਂ ਜਾਂ ਕਿਸੇ ਵੀ ਫੀਲਡ ਤੋਂ ਹੋ ਸਕਦੀਆਂ? ਉਹਨਾਂ ਦੇ ਕਿਸੇ ਵੀ ਕੰਮ ਦੇ ਨਾਲ ਪੰਜਾਬੀਆਂ ਦਾ ਨਾਂ ਉੱਚਾ ਹੋਇਆ ਹੋਵੇ, ਚਾਹੇ ਉਹ ਸਪੋਰਟਸ ਵਿੱਚ ਹੋਵੇ, ਚਾਹੇ ਉਹ ਬਿਜ਼ਨਸ 'ਚ ਹੋਣ, ਚਾਹੇ ਉਹ ਜਿਹੜਾ ਵੀ ਕੰਮ ਮਰਜ਼ੀ ਉਹ ਪ੍ਰੋਫੈਸ਼ਨ ਦੇ ਵਿੱਚ, ਸਾਇੰਸ ਵਿੱਚ ਹੋਣ, ਕਿਸੇ ਵੀ ਕੰਮ ਵਿੱਚ ਜਿਨ੍ਹਾਂ ਨਾਲ ਪੰਜਾਬੀਆਂ ਦਾ ਨਾਂ ਉੱਚਾ ਹੋਵੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਊਗਾ। ਓਕੇ, ਬਹੁਤ ਵਧੀਆ ਗੱਲ ਹੈ। ਸੋ ਇਸ ਦੇ ਨਾਲ ਕਿਤੇ ਨਾ ਕਿਤੇ ਇੱਕ ਮੈਸੇਜ ਵੀ ਜਾਏਗਾ ਸਾਡੇ ਸਮਾਜ ਦੇ ਵਿੱਚ ਕਿ ਜਿਹੜਾ
ਕੋਈ ਵੀ ਪ੍ਰੋਫੈਸ਼ਨ, ਕੋਈ ਵੀ ਕਿੱਤਾ ਜਿਹੜਾ ਹੁੰਦਾ ਉਹ ਕਿਸੇ ਵੀ ਰਿਲੀਜਨ ਨੂੰ ਨਹੀਂ ਕਰਦਾ ਫੋਕਸ, ਉਸ ਦੇ ਵਿੱਚ ਕੋਈ ਵੀ ਹੋ ਸਕਦਾ ਹੈ, ਰਾਈਟ। ਔਰ ਅਸੀਂ ਸਾਰੇ ਇੱਕ ਹਾਂ, ਇੱਕ ਇਹਦੀ ਵੀ ਐਗਜ਼ਾਮਪਲ ਕਿਤੇ ਨਾ ਕਿਤੇ ਇਹਦੇ 'ਤੇ ਸੈੱਟ ਹੋਏਗੀ। ਸੋ ਇਹਦੇ ਲਈ ਜਿਹੜੇ ਤੁਸੀਂ ਐਂਟਰੀਜ਼ ਲੈ ਰਹੇ ਹੋ ਉਹਦੇ ਲਈ ਕੀ ਪ੍ਰੋਸੀਜਰ ਹੈ, ਔਰ ਕਦੋਂ ਤੱਕ ਉਹ ਤੁਸੀਂ ਤੁਹਾਨੂੰ ਨਾਮ ਭੇਜ ਸਕਦੇ ਆ ਜਿਹੜੇ ਵੀ ਕੋਈ ਭੇਜਣਾ ਚਾਹਵੇ? ਉਹਦੇ ਲਈ ਜੀ ਬੜਾ ਸੌਖਾ ਕੰਮ ਹੈਗਾ ਵੀ jagtpunjabisabha.com ਇੱਕ ਵੈਬਸਾਈਟ ਬਣਾਈ ਹੈਗੀ ਆ, ਤੇ ਉਹਦੇ ਵਿੱਚ jagtpunjabisabha@gmail.com ਇੱਕ ਈਮੇਲ ਹੈਗੀ ਆ। ਉਹਦੇ ਤੁਸੀਂ ਆਪਣਾ ਬਾਇਓਡਾਟਾ ਇੱਕ ਫਾਰਮ ਵਿੱਚ ਲਿਖਿਆ ਹੈਗਾ, ਤੁਸੀਂ ਭਰ ਕੇ ਭੇਜ ਸਕਦੇ ਹੋ। ਇਹਦੇ ਲਈ ਕਈ ਇਨਸਾਨ ਆਪ ਨਹੀਂ ਭਰ ਕੇ ਭੇਜਣਾ ਚਾਹੁੰਦੇ ਹੁੰਦੇ, ਤੇ ਉਹਨਾਂ ਲਈ ਕੋਈ ਹੋਰ ਦੂਸਰਾ ਬੰਦਾ ਵੀ ਉਹਨਾਂ ਨਾਲ ਨੋਮੀਨੇਸ਼ਨ ਉਹਨਾਂ ਦੀ ਕਰ ਸਕਦਾ ਹੈਗਾ, ਤੇ ਜੋ ਇਹ ਕੋਈ ਨਹੀਂ ਕਰਦਾ ਤੇ ਉਹ ਆਪਣੇ ਤੌਰ ਤੇ ਵੀ ਆਪਣੇ ਨੋਮੀਨੇਸ਼ਨ ਨਾ ਕਰ ਸਕਦੇ ਹੈਗੇ ਆ। ਇਹਦੇ ਲਈ ਡੇਟ ਜਿਹੜੀ ਆਖਰੀ ਆ ਉਹ ਜੋਤੀ ਜੀ 15 ਅਕਤੂਬਰ ਰੱਖੀ ਹੈਗੀ ਆ। 15 ਅਕਤੂਬਰ ਤੱਕ ਇੱਕ jagtpunjabisabha.com ਇੱਕ ਵੈਬਸਾਈਟ ਚਿੱਤੇ ਕਰ ਲਓ, ਤੇ ਇੱਕ ਜਿਹੜਾ ਸੰਸਥਾ ਦਾ ਨਾਮ ਹੈਗਾ ਤੇ ਉਦੋਂ @gmail.com ਲਿਖ ਲਓ, ਤੇ ਉੱਥੇ ਤੁਸੀਂ ਵੈਬਸਾਈਟ ਤੇ ਈਮੇਲ ਦੇ ਰਾਹੀਂ ਸਾਨੂੰ ਆਪਣੀਆਂ ਐਂਟਰੀਆਂ ਭੇਜ ਸਕਦੇ ਹੋ। ਓਕੇ, ਤੇ ਕੋਈ ਇਹਦੇ ਲਈ ਤੁਸੀਂ ਐਡਮਿਸ਼ਨ ਫੀ ਵੀ ਰੱਖੀ ਹੈ ਇਸ ਤੋਂ ਇਲਾਵਾ? ਨਹੀਂ ਮੈਡਮ, ਇਹ ਲਈ ਫੀਸ ਕੋਈ ਨਹੀਂ ਰੱਖੀ ਹੋਈ, ਤੇ ਇਹਦੇ ਲਈ ਸਗੋਂ ਆਪਦੇ ਕੋਲੋਂ ਹੀ ਖਰਚਾ ਕਰਕੇ ਜਿਹੜਾ ਕਿਤਾਬ ਵੀ ਛਪਾਉਣੀ ਹੈਗੀ ਆ, ਵੈਬਸਾਈਟ ਵੀ ਬਣਾਉਣੀ ਹੈਗੀ ਆ, ਇਹਦੇ ਲਈ ਕੋਈ ਫੀਸ ਕੋਈ ਨਹੀਂ ਰੱਖੀ, ਤੇ ਨਾ ਹੀ ਕੋਈ ਰੱਖਾਂਗੇ। ਜੇ ਕਦੀ ਵੀ ਕਿਸੇ ਨੇ ਕਿਸੇ ਨੂੰ ਕੋਈ ਪੈਸਾ ਦਿੱਤਾ ਤੇ ਉਹ ਮੈਨੂੰ ਦੱਸ ਦੇਵੇ, ਵੀ ਤਾਂ ਕਿ ਇਹਦਾ ਧਿਆਨ ਰੱਖਿਆ ਜਾ ਸਕੇ। ਇਹਦੇ ਲਈ ਕਦੇ ਵੀ ਪੈਸਾ ਲਿਆ ਨਹੀਂ ਜਾ ਸਕਦਾ, ਨਾ ਲਵਾਂਗੇ। ਇਹਦਾ ਜਿਹੜਾ ਤੁਸੀਂ ਪ੍ਰੋਗਰਾਮ ਕਰਨਾ ਹੈ, ਕਿਉਂਕਿ ਨਾਰਮਲੀ ਤਾਂ ਕੀ ਬੈਂਕਟ ਹਾਊਸ ਦੇ ਵਿੱਚ ਆਰਗੇਨਾਈਜ਼ ਕੀਤੇ ਜਾਂਦੇ ਹਨ ਇੱਦਾਂ ਦੇ ਇਵੈਂਟ, ਲੇਕਿਨ ਹੁਣ ਇਸ ਟਾਈਮ ਦੇ ਵਿੱਚ ਤੁਸੀਂ ਕਿੱਦਾਂ ਕਰੋਗੇ, ਔਰ ਕਦੋਂ ਹੋਏਗਾ ਇਹਦਾ ਜਿਹੜਾ ਇਵੈਂਟ ਹੋਏਗਾ ਮੇਨ? ਇਹ ਥੋੜਾ ਜਿਹਾ ਠੀਕ ਹੀ ਹੋਵੋ ਵੀ ਉਦੋਂ ਤੱਕ ਸਭ ਮਾਹੌਲ ਠੀਕ ਹੋ ਜਾਣ। ਇਹ ਬੈਂਕਟ ਹਾਲ ਦੀ ਬਜਾਏ ਵੀ ਬਹੁਤ ਵੱਡੇ ਕਿਤੇ ਹਾਲਾਂ ਦੇ ਵਿੱਚ ਵੀ ਇਹ ਪ੍ਰੋਗਰਾਮ ਹੋ ਸਕਦਾ, ਪਰ ਮੈਨੂੰ ਲੱਗਦਾ ਵੀ ਇਹ ਇੱਕ ਜਗ੍ਹਾ ਕੰਟਰੀ, ਸਾਡੇ ਦਿਮਾਗ 'ਚ ਆ ਵੀ ਘੱਟੋ ਘੱਟ 6 ਜਾਂ 7 ਕੰਟਰੀਜ਼ ਦੇ ਵਿੱਚ ਇਹ ਫੰਕਸ਼ਨ ਹੋਣਗੇ। ਇਹ ਆਸਟ੍ਰੇਲੀਆ ਵਿੱਚ ਵੀ ਹੋਊਗਾ, ਅਮਰੀਕਾ 'ਚ ਵੀ ਹੋਊਗਾ, ਪਾਕਿਸਤਾਨ ਵੀ ਹੋਊਗਾ, ਇੰਗਲੈਂਡ ਵੀ ਹੋਊਗਾ, ਇੰਡੀਆ ਵੀ ਹੋਊਗਾ, ਤੇ ਕੈਨੇਡਾ 'ਚ ਵੀ ਹੋਊਗਾ। ਜਿੱਥੋਂ ਦੇ ਬੰਦੇ ਸਿਲੈਕਟ ਕਰਾਂਗੇ ਅਸੀਂ, ਉਸ ਥਾਂ ਤੇ ਇਹ ਵੱਡੇ ਲੈਵਲ ਦਾ ਫੰਕਸ਼ਨ ਹੋਣਗੇ। ਤੇ ਇਸ ਕਰਕੇ ਟਰਾਈ ਕਰੋ ਵੀ ਇਹ ਜ਼ੂਮ ਤੇ ਨਾ ਹੀ ਹੋਣ, ਵੈਬਸਾਈਟ ਤੇ ਨਾ ਹੀ ਹੋਣ, ਤੇ ਪਬਲਿਕਲੀ ਲੋਕਾਂ 'ਚ ਫੰਕਸ਼ਨ ਹੋ ਸਕਣ। ਇਸ ਗੱਲ ਨੂੰ ਹਜੇ 6 ਮਹੀਨੇ ਸਾਲ ਲੱਗਣਗੇ, ਪਰਮਾਤਮਾ ਕਰੇ ਉਦੋਂ ਤੱਕ ਸਾਰਾ ਮਾਹੌਲ ਠੀਕ ਹੋ ਜਾਵੇ। ਹਾਂਜੀ, ਸੋ ਜਗਤ ਪੰਜਾਬੀ ਸਭਾ ਦੇ ਵਿੱਚ ਕਿੰਨੇ ਤੁਹਾਡੇ ਮੈਂਬਰਸ ਹਨ, ਟੀਮ ਮੈਂਬਰਸ ਕਿੰਨੇ ਹਨ ਤੁਹਾਡੇ ਨਾਲ? ਟੀਮ ਮੈਂਬਰ ਜਿਹੜੇ ਸਾਡੇ ਐਕਟਿਵ ਹੈਗੇ ਆ, ਸਾਡੇ ਕੋਲ 25 ਕੁ ਮੈਂਬਰ ਹੈਗੇ ਆ ਜੀ, ਸਾਰੇ ਕੰਟਰੀਆਂ ਤੋਂ। ਐਗਜ਼ੈਕਟਿਵ ਮੈਂਬਰ ਦੀ ਗੱਲ ਕਰਦੇ ਹੈਗੇ ਆ। ਸਾਡੇ ਕੋਲ ਵਲੰਟੀਅਰ ਕੰਮ ਕਰਨ ਵਾਲੇ ਤੇ ਬਹੁਤ ਸਾਰੇ ਬੰਦੇ ਹੋਣਗੇ। ਹੁਣ ਇੰਡੀਆ ਦੇ ਵਿੱਚ ਜਗਤ ਪੰਜਾਬੀ ਸਭਾ ਦੇ ਵਿੱਚ ਅਸੀਂ ਇੱਕ ਅਧਿਆਪਕ ਨਾਂ ਦੀ ਕਿਤਾਬ ਤਿਆਰ ਕੀਤੀ ਹੈਗੀ ਆ। ਉਹਦੇ ਵਿੱਚ ਘੱਟੋ ਘੱਟ ਗੁਣਾਂ ਤੇ 250 ਸਾਡੇ ਕੋਲ ਟੀਚਰ ਸਾਡੇ ਨਾਲ ਜੁੜ ਚੁੱਕੇ, ਸਾਡੇ ਵਲੰਟੀਅਰ ਸਾਡੇ ਲਈ ਕੰਮ ਕਰ ਰਹੇ ਹੈਗੇ ਆ। ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ, ਪਰ ਐਕਟਿਵ ਕੰਮ ਕਰਨ ਵਾਲੇ ਜਿਹੜੇ ਆਫਿਸ ਬੀਰਰ ਹੈਗੇ ਆ ਉਹ 25 ਮੈਂਬਰ ਹੈਗੇ ਆ। ਓਕੇ, 25 ਮੈਂਬਰ ਹੈ, ਬਹੁਤ ਵਧੀਆ। ਸੋ ਜਿਹੜੀ ਅਧਿਆਪਕ ਬੁੱਕ ਦੀ ਤੁਸੀਂ ਦਾ ਜ਼ਿਕਰ ਕੀਤਾ ਕਿ ਉਹ ਤਿਆਰ ਕੀਤੀ ਗਈ ਹੈ, ਉਸ ਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ ਕਿ ਉਹ ਬੁੱਕ ਕਿਉਂ ਲਿਖੀ ਗਈ ਔਰ ਕੀ ਹੈ ਉਹਦੇ ਅੰਦਰ? ਅਧਿਆਪਨ ਕਿੱਤੇ ਬਾਰੇ, ਅਧਿਆਪਕਾਂ ਦੇ ਕਿਹੜੇ ਗੁਣ ਹੋਣੇ ਚਾਹੀਦੇ ਹਨ, ਉਹ ਮੈਂ ਦੇਖਿਆ ਵੀ ਕੋਈ ਵੀ ਬੀਐਡ ਦੇ ਵਿੱਚ ਵੀ ਕਿਸੇ ਵੱਡੀਆਂ ਕਿਤਾਬਾਂ ਦੇ ਵਿੱਚ ਵੀ ਕਿਤੇ ਨਹੀਂ ਲਿਖ ਹੋਇਆ ਸੀਗਾ। ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਅਧਿਆਪਕਾਂ ਦੀਆਂ ਸਿਫਤਾਂ, ਉਹਨਾਂ ਦੇ ਗੁਣ, ਲੋਕਾਂ ਨੂੰ ਉਮੀਦਾਂ ਕੀ ਹੈਗੀਆਂ ਵਾ ਉਹਨਾਂ ਦੇ ਕੋਲੋਂ ਇੱਕ ਕਿਤਾਬ ਦੇ ਵਿੱਚ ਲਿਖਿਆ ਜਾਵੇ। ਉਦੋਂ ਪਹਿਲਾਂ 1 ਜਾਂ 2 ਪੇਜ ਜਾਂ 4 ਪੇਜ ਦਾ ਕੋਈ ਆਰਟੀਕਲ ਤਾਂ ਹੋ ਸਕਦਾ ਅਧਿਆਪਕ ਦੇ ਬਾਰੇ, ਪਰ ਇਹ ਜਿਹੜੀ 92 ਪੇਜ ਦੀ ਕਿਤਾਬ ਲਿਖੀ ਗਈ ਹੈਗੀ ਆ, ਇਹਦੇ ਵਿੱਚ 50 ਪੇਜ ਤਕਰੀਬਨ ਅਧਿਆਪਕਾਂ ਦੇ ਗੁਣ, ਉਹਨਾਂ ਦੇ ਮਹੱਤਵਪੂਰਨ, ਲੋਕਾਂ ਦੇ ਉਹਨਾਂ ਬਾਰੇ ਵਿਚਾਰ। ਐਬਰਾਹਿਮ ਲਿੰਕਨ ਦੀ ਆਪਦੇ ਬੇਟੇ ਦੇ ਟੀਚਰ ਲਿਖੀ ਹੋਈ ਚਿੱਠੀ ਉਹ ਇਹਦੇ ਵਿੱਚ ਵਾ। ਉਹਦੇ ਵਿੱਚ 25 ਪੇਜ ਜਿਹੜੇ ਹੈਗੇ ਆ ਉਹ ਨੈਤਿਕਤਾ ਬਾਰੇ ਹੈਗੇ ਆ, ਤੇ 5 ਪੇਜ ਤੁਸੀਂ ਭਾਸ਼ਣ ਕਿਵੇਂ ਦੇਣਾ, ਸਪੀਚ ਕਿਵੇਂ ਦੇਣਾ। ਅਸੀਂ ਟਰਾਈ ਕਰਦੇ ਹਾਂ ਵੀ ਜਿਹੜੀ ਕਿਤਾਬ ਲਿਖੀ ਜਾਵੇ ਉਹ ਪੜ੍ਹਨ ਵਾਲੇ ਨੂੰ ਪੜ੍ਹਨ ਤੋਂ ਬਾਅਦ ਉਹਦੀ ਆਪਦੀ ਲਾਈਫ ਵਿੱਚ ਸੁਧਾਰ ਵੀ ਹੋਵੇ। ਇਹ ਕਿਤਾਬ ਜਿਹੜਾ ਵੀ ਅਧਿਆਪਕ ਪੜ੍ਹੂਗਾ ਉਹਨੂੰ ਆਪਦੇ ਕਿੱਤੇ ਬਾਰੇ ਵੀ ਮਾਣ ਹੋਊਗਾ, ਤੇ ਉਹਨੂੰ ਆਪਣੇ ਆਪ ਤੇ ਵੀ ਮਾਣ ਹੋਊਗਾ ਕਿ ਮੈਂ ਅਧਿਆਪਕ ਦਾ ਕੰਮ ਕਰ ਰਿਹਾ ਹੈਗਾ, ਇਹ ਕਿੱਤਾ ਅਪਣਾ ਰਿਹਾ ਹੈਗਾ ਵਾ। ਕਿਉਂਕਿ ਅਧਿਆਪਕ ਦਾ ਮਾਣ ਸਨਮਾਨ ਬਹੁਤ ਆ ਇਸ ਸਮਾਜ ਦੇ ਵਿੱਚ। ਉਹਦੇ ਵਿੱਚ ਇੱਕ ਨਿੱਕੀ ਜਿਹੀ ਸਟੋਰੀ ਸੀਗੀ, ਜਦੋਂ ਸੈਕੰਡ ਵਰਲਡ ਵਾਰ ਦੇ ਵਿੱਚ ਜਰਮਨ ਹਾਰ ਰਿਹਾ ਸੀਗਾ, ਤੇ ਉਦੋਂ ਹਿਟਲਰ ਨੂੰ ਉਹਨਾਂ ਨੇ ਬੰਦਿਆਂ ਨੇ ਆ ਕੇ ਦੱਸਿਆ, ਅਫਸਰਾਂ ਨੇ ਆ ਕੇ ਦੱਸਿਆ
ਵੀ ਸਾਡੀਆਂ ਬਹੁਤ ਕੀਮਤੀ ਜਾਨਾਂ ਜਾ ਰਹੀਆਂ, ਅਸੀਂ ਕੀ ਕਰੀਏ। ਹੂੰ ਤੇ ਹਿਟਲਰ ਦੀ ਇੱਕੋ ਗੱਲ ਸੀਗੀ ਵੀ ਅਧਿਆਪਕਾਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿਓ। ਹੂੰ ਜੇ ਅਸੀਂ ਮਰ ਵੀ ਗਏ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਟੀਚਰ ਪੜ੍ਹਾ ਕੇ ਦੁਬਾਰਾ ਫਿਰ ਪੈਰਾਂ ਤੇ ਖੜਾ ਕਰ ਦੇਣਗੇ। ਅੱਜ ਬਿਲਕੁਲ ਜਰਮਨ ਤਬਾਹ ਹੋ ਕੇ ਵੀ ਦੁਨੀਆ ਦੇ ਪਹਿਲੇ 5 ਕੰਟਰੀਆਂ ਦੇ ਵਿੱਚੋਂ ਹੈਗਾ। ਹੂੰ ਅਧਿਆਪਕਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਆ। ਇਹ ਉਸ ਕਿਤਾਬ ਵਿੱਚ ਦੱਸੀ ਗਈ ਹੈਗੀ ਆ। ਬਿਲਕੁਲ ਇੱਕ ਤੁਸੀਂ ਸਹੀ ਕਿਹਾ ਮੈਂਡੀ ਹਾਂਜੀ ਹਾਂਜੀ ਕਿ ਅਧਿਆਪਕ ਜਿਹੜਾ ਹੁੰਦਾ ਇੱਕ ਫਾਊਂਡਰ ਮੈਂਬਰ ਹੁੰਦਾ, ਇੱਕ ਫਾਊਂਡੇਸ਼ਨ ਤਿਆਰ ਕਰਨ ਵਾਲਾ ਹੁੰਦਾ, ਇੱਕ ਸਮਾਜ ਦੀ, ਇੱਕ ਪਰਿਵਾਰ ਦੀ। ਕਿਉਂਕਿ ਬੱਚਿਆਂ ਨੂੰ, ਇੱਕ ਨਵੇਂ ਬੱਚੇ ਨੂੰ ਜਦੋਂ ਇੱਕ ਸਕੂਲ ਭੇਜਿਆ ਜਾਂਦਾ ਹੈ ਤਾਂ ਉਹਦੀ ਜਿਹੜੀ ਫਾਊਂਡੇਸ਼ਨ ਹੁੰਦੀ ਹੈ ਉਹ ਅਧਿਆਪਕ ਦੇ ਹੱਥ ਹੁੰਦੀ ਹੈ ਕਿ ਉਹ ਕਿੰਨੀ ਕੁ ਉਹਨੂੰ ਸਟਰੋਂਗ ਬਣਾ ਸਕਦੇ ਆ। ਸੋ ਅਧਿਆਪਕ ਜਿਹੜਾ ਇੱਕ ਕਮਿਊਨਿਟੀ ਦਾ, ਇੱਕ ਸਮਾਜ ਦਾ ਨਿਰਮਾਣ ਕਰਨ ਵਾਲਾ ਸ਼ਖਸੀਅਤ ਹੁੰਦੀ ਹੈ। ਔਰ ਬਹੁਤ ਵਧੀਆ ਕਿ ਇਹ ਬੁੱਕ ਜਿਹੜੀ ਤੁਸੀਂ ਤਿਆਰ ਕੀਤੀ। ਔਰ ਮੈਂ ਇਹ ਵੀ ਜਾਣਨਾ ਚਾਹਾਂਗੀ ਕਿੰਨੇ ਰਾਈਟਰਸ ਦਾ ਯੋਗਦਾਨ ਹੈ ਇਹਦੇ ਵਿੱਚ। ਇਹਦੇ ਵਿੱਚ ਜੋਤੀ ਜੀ 31 ਵਿਦਵਾਨ ਆ ਦੁਨੀਆ ਦੇ, ਜਿਨ੍ਹਾਂ ਓਕੇ ਨੇ ਆਪਣੇ ਲੇਖ ਲਿਖੇ ਆ, ਸਟੋਰੀਆਂ ਲਿਖੀਆਂ ਹੈਗੀਆਂ ਵਾ, ਤੇ ਇਹਦੇ ਵਿੱਚ ਜਿਹੜੀਆਂ ਕਹਾਣੀਆਂ ਲਿਖੀਆਂ ਗਈਆਂ, ਜਿਹੜਾ ਅਧਿਆਪਕਾਂ ਦਾ ਮਾਣ ਸਨਮਾਨ ਦੱਸਦੇ ਦੁਨੀਆ ਦੇ ਵਿੱਚ ਕੀ ਹੈਗਾ। ਇੱਕ ਹਾਂਜੀ ਏਸ਼ੀਅਨ ਪ੍ਰੋਫੈਸਰ ਨੇ ਲਿਖਿਆ ਸੀ, ਉਹ ਕਹਿੰਦਾ ਮੈਂ ਇਟਲੀ ਦੇ ਵਿੱਚ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾ ਦੇਵਾਂ ਜਿਹੜੀ ਬਹੁਤ ਚੰਗੀ ਮੈਨੂੰ ਲੱਗੀ। ਹਾਂਜੀ ਇਟਲੀ ਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਮੇਰੀ ਕਾਰ ਦਾ ਮੇਰਾ ਚਲਾਨ ਹੋ ਗਿਆ ਹੂੰ ਤੇ ਮੇਰੇ ਕੋਲ ਨਹੀਂ ਸਮੇਂ ਸਿਰ ਨਹੀਂ ਜੁਰਮਾਨਾ ਕਰਾ ਹੋਇਆ ਤੇ ਮੈਨੂੰ ਕਚਹਿਰੀ ਜਾਣਾ ਪੈ ਗਿਆ। ਹੂੰ ਤੇ ਜੱਜ ਨੇ ਜਦੋਂ ਪੁੱਛਿਆ ਵੀ ਤੁਸੀਂ ਟਾਈਮ ਤੇ ਜੁਰਮਾਨਾ ਜਮ੍ਹਾਂ ਕਿਉਂ ਨਹੀਂ ਕਰਵਾਇਆ, ਹੂੰ ਤੇ ਉਹ ਕਹਿੰਦਾ ਮੈਂ ਦੱਸਿਆ ਮੈਂ ਪ੍ਰੋਫੈਸਰ ਸੀਗਾ ਤੇ ਬਿਜ਼ੀ ਸੀਗਾ। ਓਕੇ ਕਹਿੰਦਾ ਅਗਲੀ ਗੱਲ ਮੈਂ ਕਹਿੰਦਾ ਇਦੋਂ ਪਹਿਲਾਂ ਜੱਜ ਸਾਹਿਬ ਕਹਿਣ ਲੱਗੇ ਵੀ ਸਾਡੇ ਕੋਰਟ ਦੇ ਵਿੱਚ, ਕਚਹਿਰੀ ਦੇ ਵਿੱਚ ਅੱਜ ਇੱਕ ਅਧਿਆਪਕ ਹਾਜ਼ਰ ਆ। ਇਹ ਗੱਲ ਸੁਣ ਕੇ ਸਾਰੇ ਹੀ ਬੰਦੇ ਖੜੇ ਹੋ ਗਏ ਤੇ ਮੇਰੇ ਕੋਲ ਉਹਨਾਂ ਨੇ ਸੌਰੀ ਫੀਲ ਵੀ ਕੀਤੀ, ਮਾਫੀ ਵੀ ਮੰਗੀ ਤੇ ਮੇਰਾ ਜੁਰਮਾਨਾ ਵੀ ਰੱਦ ਕਰ ਦਿੱਤਾ। ਬਹੁਤ ਉਹ ਕਹਿੰਦਾ ਮੈਨੂੰ ਉਸ ਦਿਨ ਪਤਾ ਲੱਗਾ ਵੀ ਇਹਨਾਂ ਦੇਸ਼ਾਂ ਵਿੱਚ ਇਹਨਾਂ ਨੇ ਤਰੱਕੀ ਕਿਉਂ ਕੀਤੀ ਆ ਤੇ ਅਧਿਆਪਕਾਂ ਦਾ ਕੀ ਸਨਮਾਨ ਹੈਗਾ। ਬਿਲਕੁਲ ਤੁਸੀਂ ਸਹੀ ਕਿਹਾ। ਡਾਕਟਰ, ਇੰਜੀਨੀਅਰ, ਸਾਇੰਟਿਸਟ, ਪੋਇਟ, ਪੇਂਟਰ, ਜਿੰਨੇ ਵੀ ਕੈਟਾਗਰੀਜ਼ ਤੁਸੀਂ ਲੈ ਲਓ, ਸਾਰੇ ਇੱਕ ਅਧਿਆਪਕ ਦੇ ਥਰੂ ਹੋ ਕੇ ਜਾਂਦੀਆਂ ਹਨ। ਇੱਕ ਅਧਿਆਪਕ ਹੁੰਦਾ ਜਿਹੜਾ ਇੱਕ ਇਨਸਾਨ ਨੂੰ ਕਹਿੰਦੇ ਕਿ ਉਹ ਇਸ ਰੂਪ ਦੇ ਵਿੱਚ ਢਾਲਦਾ ਹੈ, ਚਾਹੇ ਉਹ ਡਾਕਟਰ ਦੇ ਰੂਪ ਦੇ ਵਿੱਚ, ਚਾਹੇ ਉਹ ਇੰਜੀਨੀਅਰ ਦੇ ਰੂਪ ਦੇ ਵਿੱਚ। ਸੋ ਅਧਿਆਪਕ ਦੀ ਜਿਹੜੀ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ, ਬਹੁਤ ਵੱਡਾ ਦਰਜਾ ਹੈ ਅਧਿਆਪਕ ਦਾ। ਇਹ ਗੱਲ ਬਿਲਕੁਲ ਸਹੀ ਆ। ਕਿਤਾਬ ਦੇ ਵਿੱਚ ਹੀ ਲਿਖਿਆ, ਇੱਕ ਅਧਿਆਪਕ ਤੇ ਸਾਇੰਸਦਾਨ ਨੂੰ ਹੀ ਅਮਰੀਕਾ ਦੇ ਵਿੱਚ VIP ਗਿਣਿਆ ਜਾਂਦਾ ਹੈਗਾ। ਇੱਕ ਹਾਂਜੀ ਅਧਿਆਪਕ ਹੀ ਕਿੱਤਾ ਵਾ ਜਿਹੜਾ ਬਾਕੀ ਕਿੱਤਿਆਂ ਨੂੰ ਜਨਮ ਦਿੰਦਾ, ਜਿਹਦੇ ਵਿੱਚੋਂ ਮੈਡੀਕਲ ਬਿਲਕੁਲ ਵੀ, ਕੋਈ ਵਕੀਲ ਵੀ, ਜਿਹੜੇ ਕਿਸੇ ਨੂੰ ਬਣਨਾ ਉਹਨੂੰ ਅਧਿਆਪਕ ਹੀ ਟ੍ਰੇਨਡ ਕਰਦੇ ਹੈਗੇ ਆ। ਬਹੁਤ ਵਧੀਆ yeah, ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਹੁਤ ਵਧੀਆ, ਇਹ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਕੰਗ੍ਰੈਚੁਲੇਸ਼ਨ, ਵਧਾਈ ਸਾਡੇ ਵੱਲੋਂ ਬਹੁਤ ਬਹੁਤ ਕਿ ਤੁਸੀਂ ਕਾਫੀ ਵਧੀਆ ਅਪਡੇਟਸ ਜਿਹੜੀਆਂ ਸਾਡੇ ਨਾਲ ਹਮੇਸ਼ਾ ਸਾਂਝੀਆਂ ਕਰਦੇ ਹੋ ਔਰ ਕੁਝ ਨਾ ਕੁਝ ਤੁਸੀਂ ਨਵਾਂ ਸਾਡੀ ਪੰਜਾਬੀ ਮਾਂ ਬੋਲੀ ਦੇ ਲਈ ਕਰ ਰਹੇ ਹੋ। ਔਰ ਸਾਡਾ ਸਾਥ ਜਿਹੜਾ ਹਮੇਸ਼ਾ ਤੁਹਾਡੇ ਨਾਲ ਇਸ ਤਰ੍ਹਾਂ ਬਣਿਆ ਰਹੇਗਾ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਵੀਆਂ ਅਪਡੇਟਸ ਜਿਹੜੀਆਂ ਸ਼ੇਅਰ ਸਾਡੇ ਨਾਲ ਕਰੋਗੇ ਜਲਦੀ। ਮਿਹਰਬਾਨੀ ਜੋਤੀ ਜੀ, ਧੰਨਵਾਦ ਦੀ ਤਾਂ ਮੈਂ ਤੁਹਾਡਾ ਹੈਗਾ। ਤੁਹਾਡੇ ਜਰੀਏ ਹੀ ਸਰੋਤਿਆਂ ਦੇ ਨਾਲ, ਕਿੰਨੇ ਹੀ ਦਰਸ਼ਕਾਂ ਦੇ ਨਾਲ ਸਾਡੇ ਇਹ ਸੰਬੰਧ ਪੈਦਾ ਹੁੰਦੇ ਹੈਗੇ ਆ। ਸਾਡੀ ਆਵਾਜ਼, ਜੇ ਅਸੀਂ ਜੋ ਕਿੰਨਾ ਵੀ ਚੰਗਾ ਕੰਮ ਕਰੀ ਜਾਈਏ, ਜੇ ਲੋਕਾਂ ਤੱਕ ਨਾ ਪਹੁੰਚੇ ਤਾਂ ਉਹ ਜੰਗਲ ਮੇ ਮੋਰ ਨਾਚਾ ਕਿਸੇ ਨੇ ਦੇਖਾ ਉਹਦਾ ਕੋਈ ਫਾਇਦਾ ਨਹੀਂਗਾ। ਪਰ ਤੁਹਾਡੇ ਨਾਲ ਜਦ ਲੋਕਾਂ ਤੱਕ ਜਾਂਦੀ ਹੈਗੀ ਆ ਆਵਾਜ਼, ਤੇ ਲੋਕਾਂ ਨੂੰ ਪਤਾ ਲੱਗਦਾ ਵੀ ਚੰਗਾ ਕੰਮ ਇੱਕ ਹੋ ਰਿਹਾ ਹੈਗਾ ਵਾ ਤੇ ਉਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਹੈਗਾ। ਧੰਨਵਾਦ ਹਾਂਜੀ ਤੁਹਾਡਾ ਜੀ। ਬਿਲਕੁਲ ਜੀ, ਇਹ ਟੀਮ ਵਰਕ ਹੈਗਾ। ਦੇਖੋ ਹੱਥ ਨੂੰ ਹੱਥ ਹੁੰਦਾ ਹੈ ਨਾ। ਸੋ ਕੋਈ ਵੀ ਕੰਮ ਜਿਹੜਾ ਵਧੀਆ ਜਦੋਂ ਹੁੰਦਾ ਹੈ ਤੇ ਉਹ ਇੱਕ ਟੀਮ ਦੇ ਨਾਲ ਹੁੰਦਾ ਹੈ, ਇਕੱਲਾ ਇਨਸਾਨ ਤਾਂ ਕੁਝ ਵੀ ਨਹੀਂ ਕਰ ਸਕਦਾ। ਸੋ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਇਹ ਇੱਕੋ ਹੀ ਮੇਰੀ ਗੱਲ ਹੈਗੀ ਆ ਜੀ, ਜਿਹੜਾ ਕੋਵਿਡ-19 ਹੈ ਇਹ ਤੋਂ ਘਬਰਾਉਣਾ ਨਿਗਾ, ਇਹਦਾ ਹਾਂਜੀ ਮੁਕਾਬਲਾ ਕਰਨਾ ਹੈਗਾ ਵਾ। ਸੋਸ਼ਲ ਡਿਸਟੈਂਸ ਰੱਖੋ ਤੇ ਇਹ ਹਰੇਕ ਸਮਾਂ ਚੰਗਾ ਤੇ ਮਾੜਾ ਲੰਘ ਹੀ ਜਾਂਦਾ। ਜੇ ਸਾਡੇ ਕੋਲ ਬਿਲਕੁਲ ਮਾੜਾ ਸਮਾਂ ਹੈਗਾ ਇਹ ਵੀ ਲੰਘ ਜਾਣਾ। ਇਹਨੂੰ ਹੌਸਲਾ ਰੱਖੋ ਤੇ ਦਲੇਰੀ ਨਾਲ ਇਹਦਾ ਮੁਕਾਬਲਾ ਕਰੋ। ਪਰਮਾਤਮਾ ਦਾ ਸ਼ੁਕਰ ਕਰਿਆ ਕਰੋ। ਉਹ ਕਹਿੰਦੇ 2020 ਦੇ ਵਿੱਚ ਇੰਨਾ ਹੀ ਸ਼ੁਕਰ ਕਰੋ ਵੀ ਅਸੀਂ ਜੀਂਦੇ ਬਚ ਜਾਈਏ। ਬਿਲਕੁਲ ਜਿਹੜੇ ਸਹੀ ਗੱਲ ਹਾਲਾਤ ਹੈ ਜੀ। ਹੈਗੇ ਮੈਂ ਆ, ਵੀ ਹਮੇਸ਼ਾ ਇਹੀ ਗੱਲ ਕਹਿੰਦੀ ਆ ਕਿ 2020 ਦੇ ਵਿੱਚ ਜੇ ਅਸੀਂ ਕੁਝ ਕਮਾਇਆ ਨਹੀਂ ਤਾਂ ਮੈਂ ਕਹਿੰਦੀ ਹਾਂ ਕਿ ਅਸੀਂ ਸਭ ਤੋਂ ਵੱਡਾ ਕਮਾਇਆ ਦੂਸਰਾ ਜਨਮ ਅਸੀਂ ਲਿਆ। ਇੱਕ ਤਰ੍ਹਾਂ ਨਾਲ ਅਸੀਂ ਜ਼ਿੰਦਗੀ ਕਮਾਈ ਹੈ ਆਪਣੀ। ਸੋ ਜੇ ਅਸੀਂ ਅੱਜ ਸੇਫ ਹਾਂ, ਸਾਡਾ ਪਰਿਵਾਰ ਸੇਫ ਹੈ, ਸਾਡੇ ਫਰੈਂਡਸ ਸੇਫ ਹਨ, ਇਟ ਮੀਨਸ ਕਿ ਅਸੀਂ ਸਾਰਿਆਂ ਨੇ ਦੂਸਰਾ ਜਨਮ ਲਿਆ ਔਰ ਕਿਤੇ ਨਾ ਕਿਤੇ ਅਸੀਂ ਆਪਣੀ ਇੱਕ ਲਾਈਫ ਕਮਾਈ ਹੈ, ਜ਼ਿੰਦਗੀ ਕਮਾਈ ਹੈ। ਬਿਲਕੁਲ ਇਹ ਜੋਤੀ ਜੀ ਬਹੁਤ ਚੰਗੀ ਗੱਲ ਹੈਗੀ ਆ। ਹੌਸਲੇ 'ਚ ਰਹੋ, ਸਭ ਕੁਝ ਠੀਕ ਹੋ ਜਾਣਾ। ਇਹ ਮਾੜਾ ਸਮਾਂ ਇਹ ਵੀ ਨਿਕਲ ਜਾਣਾ ਹੈਗਾ, ਇਹ ਵੀ ਰਹਿਣਾ ਹੈਗਾ। ਹਾਂਜੀ ਬਿਲਕੁਲ।
ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ। ਔਰ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹਵੇ ਤਾਂ ਤੁਸੀਂ ਜੇ ਫੋਨ ਨੰਬਰ ਆਪਣਾ ਦੇਣਾ ਚਾਹੋ, ਮੈਂਸ਼ਨ ਕਰਨਾ ਚਾਹੋ। ਇਹ ਮੇਰੇ ਫੋਨ ਦੇ ਨਾਲੋਂ ਨਾ ਸਾਡੇ ਸੈਕਟਰੀ ਸਾਹਿਬ ਦਾ ਫੋਨ ਹੁੰਦਾ ਜਿਹੜਾ 24 ਆਵਰ ਹੀ ਔਨ ਹੀ ਹੁੰਦਾ ਹੈਗਾ ਵਾ। ਸੰਤੋਖ ਸਿੰਘ ਸੰਧੂ 416 587 ਤੇ 7000। ਉਹਨਾਂ ਦੇ ਸਾਰੇ ਪ੍ਰੋਗਰਾਮ, ਸਾਡੇ ਕਿਸੇ ਵੀ ਪ੍ਰੋਗਰਾਮ ਦੀ ਤੁਸੀਂ ਜਾਣਕਾਰੀ ਉਹਨਾਂ ਕੋਲ ਲੈ ਸਕਦੇ ਹੋ। ਥੈਂਕ ਯੂ। ਧੰਨਵਾਦ ਤੁਹਾਡਾ ਜੀ, ਬਹੁਤ ਧੰਨਵਾਦ। ਬਹੁਤ ਤੁਹਾਡਾ ਧੰਨਵਾਦ। ਤੇ ਚਲੋ ਜੀ, ਅਸੀਂ ਲੈਣੇ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ। ਉਮੀਦ ਕਰਦੇ ਹਾਂ ਕਿ ਅੱਜ ਦੀ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈ 647-898-7769 647-898-7769। ਮੌਰਗੇਜ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ, ਤੁਸੀਂ ਸੈਕਿੰਡ ਮੌਰਗੇਜ ਰਿਨਿਊਲ ਕਰਵਾਉਣਾ ਹੈ ਤੁਸੀਂ, ਜਾਂ ਤੁਸੀਂ ਕਰ ਲੈਣਾ ਚਾਹੁੰਦੇ ਹੋ ਪਰ ਪੈਸੇ ਤੁਹਾਡੇ ਕੋਲ ਨਹੀਂ ਹੈ, ਤੁਸੀਂ ਅਰੇਂਜ ਕਰਨਾ ਚਾਹੁੰਦੇ ਹੋ ਵਿਦਆਊਟ ਐਨੀ ਕ੍ਰੈਡਿਟ ਚੈੱਕ, ਤੁਸੀਂ ਉਹਦੇ ਲਈ ਵੀ ਮੈਨੂੰ ਕਾਲ ਕਰ ਸਕਦੇ ਹੋ 647-898-7769 ਤੇ। ਐਜ਼ ਏ ਸਪਾਂਸਰ ਜੁੜਨਾ ਚਾਹੁੰਦੇ ਹੋ, ਆਪਣੀ ਐਡ ਕਰਨਾ ਚਾਹੁੰਦੇ ਹੋ, ਕਿਉਂਕਿ ਇਸ ਤਰ੍ਹਾਂ ਦੇ ਵਕਤ ਦੇ ਵਿੱਚ ਬਹੁਤ ਜ਼ਰੂਰੀ ਹੈ ਸਾਡੀ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ, ਬਹੁਤ ਜ਼ਰੂਰੀ ਹੈ ਸਾਡੇ ਆਪਣੇ ਬਿਜ਼ਨਸ ਬਾਰੇ ਲੋਕਾਂ ਨੂੰ ਦੱਸਣਾ, ਬਹੁਤ ਜ਼ਰੂਰੀ ਹੈ ਸਾਡੇ ਆਪਣੇ ਬਦਲੇ ਹੋਏ ਟਾਈਮ, ਯਾਨੀ ਕਿ ਜਿਹੜਾ ਬਿਜ਼ਨਸ ਆਵਰਸ ਤੁਸੀਂ ਚੇਂਜ ਕੀਤੇ ਆ ਇਸ ਦੌਰਾਨ, ਉਹਦੇ ਬਾਰੇ ਲੋਕਾਂ ਤੱਕ ਗੱਲਬਾਤ ਆਪਣੀ ਪਹੁੰਚਾਉਣੀ। ਸੋ ਉਸ ਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਚਾਹਾਂਗੇ ਤੁਹਾਡਾ ਬਿਜ਼ਨਸ ਜਿਹੜਾ ਗਰੋ ਕਰੇ ਔਰ ਇਸ ਤਰ੍ਹਾਂ ਦੇ ਵਕਤ ਦੇ ਵਿੱਚ ਵੀ ਤੁਸੀਂ ਸਰਵਾਈਵ ਕਰ ਸਕੋ ਆਪਣੀ ਫੈਮਿਲੀ ਲਈ ਔਰ ਆਪਣੀ ਕਮਿਊਨਿਟੀ ਲਈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੈਨੂੰ ਕਾਲ ਕਰ ਸਕਦੇ ਹੋ, ਨਹੀਂ ਤਾਂ ਬੌਬ ਦਸਾਂਝੀ 4164197777 ਤੇ ਕਾਲ ਕਰ ਸਕਦੇ ਹੋ। ਸੋਸ਼ਲ ਮੀਡੀਆ ਤੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ। ਵਾਪਸ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਜਾਣਕਾਰੀ, ਨਵੀਂ ਚਰਚਾ ਤੇ ਨਵੇਂ ਮਹਿਮਾਨ ਦੇ ਨਾਲ। ਦੇਖਦੇ ਰਹੋ ਸਾਂਝਾ ਪੰਜਾਬ ਟੀਵੀ, ਸਾਰਾ ਦਿਨ ਸਾਰੀ ਰਾਤ ਸਾਡੇ ਨਾਲ। ਤੁਹਾਨੂੰ ਸਾਰਿਆਂ ਨੂੰ ਜੋਤੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।